सब तो पहला जी ट्रैक्टर रैली पंजाब दे विच जिहड़ी हुई तकरीबन 18-20 जून के करीब, वो भी सब तो पहला क्योंकि इहदे खिलाफ जिहड़ा सब तो पहला मोर्चा जिहड़ा सीगा वो खोलिया गया सी फतेहगढ़ साहब दी शहीदां दी धरती तो। सब तो पहला मैं किसान है, किसान दा बेटा आ, जमीन धरती मेरी माँ आ, और जे अपनी माँ के प्रति, अपनी जमीन के प्रति, अपनी जमीर के प्रति जागरूकता नहीं हैगी तो फिर कोई लीडरशिप तो बाद चों है, पार्टियां बाद च नहीं। कि मैं कहा सीगा कि जे बिल पार्लीमेंट च पास होए तो मैं उहदा बतौर MLA साक्षी नहीं बनागा। जो उन्हां दी जिम्मेवारी लोगों ने लाई हैगी है, तो इस करके ये जिहड़ा संघर्ष है ये हर व्यक्ति का संघर्ष है, खास तौर पर उस जमीन के नाल जुड़े उस हर व्यक्ति का संघर्ष है जिहड़ा इस तो किसी न किसी रूप दे विच अफैक्टेड होंदा हैगा। जिहड़ा साडा कनैक्ट पूरे हिंदुस्तान दे विच सिख कौम के रूप दे विच, सरदारां दे रूप दे विच, पंजाबियां दे रूप दे विच एक जिहड़ा टुटिया सीगा उहनूं फिर जोड़न की कोशिश की है। लोकां दे पूरे हिंदुस्तान दे विच, पूरी दुनिया दे विच साडा जिहड़ा हैगा आ पंजाबियां दा, सरदारां दा, सिखां दा कद वधिया है। ਇਹ ਕਿਹਾ ਜਾ ਰਿਹਾ ਕਿ ਕਾਂਗਰਸ ਜਿਹੜੀ ਹੈ ਆਪਣੀ ਰਾਜਨੀਤਿਕ ਜ਼ਮੀਨ ਤਲਾਸ਼ ਕਰ ਰਹੀ ਹੈਗੀ ਹੈ ਇਸ ਮੋਰਚਿਆਂ ਦੀ ਆੜ ਦੇ ਵਿੱਚ, ਇਹਨਾਂ ਬਿੱਲਾਂ ਦੇ ਵਿਰੋਧ ਦੇ ਵਿੱਚ। ਇਹ ਭਾਜਪਾ ਆਗੂ ਸਿੱਧਾ ਇਲਜ਼ਾਮ ਲਗਾਉਂਦੇ ਆ ਕੁਛ ਨਹੀਂ ਹੈ, ਕਾਂਗਰਸੀ ਆਗੂਆਂ ਨੇ ਗੁੰਮਰਾਹ ਕੀਤਾ ਕਿਸਾਨ ਨੂੰ। ਜੇ ਸਿਆਸੀ ਲੜਾਈ ਹੁੰਦੀ ਤਾਂ ਇੱਥੇ ਝੰਡੇ ਸਿਆਸੀ ਨਜ਼ਰ ਆਉਂਦੇ। ਸੋ ਇਸ ਕਰਕੇ ਜਿਹੜੀ ਗੱਲ ਆਪੋਜੀਸ਼ਨ ਦੀ ਹੈ, ਆਪੋਜੀਸ਼ਨ ਦਾ ਇੱਕ ਫਰਜ਼ ਬਣਦਾ ਹੈਗਾ ਆ, ਜਿਹੜੀ ਚੰਗੀ ਆਪੋਜੀਸ਼ਨ ਆ ਜੇ ਉਹ ਸਰਕਾਰ ਨੂੰ ਸ਼ੀਸ਼ਾ ਨਹੀਂ ਦਿਖਾਉਂਦੀ। ਸਾਡੇ ਸੰਵਿਧਾਨ ਦੇ ਵਿੱਚ ਆਪੋਜੀਸ਼ਨ ਦਾ ਇੱਕ ਰੋਲ ਹੈ, ਸਰਕਾਰ ਦਾ ਇੱਕ ਰੋਲ ਹੈ। ਆਪੋਜੀਸ਼ਨ ਦਾ ਰੋਲ ਜੇ ਅਸੀਂ ਪੂਰਾ ਨਹੀਂ ਕਰਾਂਗੇ ਮੁੜ ਕੇ ਇਹ ਇਲਜ਼ਾਮ ਲੱਗਣਗੇ ਵੀ ਇਹ ਚੁੱਪ ਕਰਕੇ ਬੈਠੇ ਨੇ। ਬੀਜੇਪੀ ਕੋਲੇ ਆਪਣੇ ਆਪ ਨੂੰ, ਕਿਉਂਕਿ ਉਹਨਾਂ ਨੇ ਇੱਕ ਬਹੁਤ ਵੱਡੀ ਗਲਤੀ ਕਰ ਲਈ, ਉਸ ਗਲਤੀ ਤੋਂ ਉੱਤੇ ਨਿਕਲਣ ਵਾਸਤੇ ਬੀਜੇਪੀ ਕੋਲੇ ਕੋਈ ਰਸਤਾ ਨਹੀਂ। ਫਿਰ ਜਦੋਂ ਕੋਈ ਰਸਤਾ ਨਹੀਂ ਬਚਦਾ ਤੇ ਫਿਰ ਉਹ ਇਲਜ਼ਾਮ ਤੇ ਆ ਜਾਂਦੀ ਹੈ, ਹੋਰ ਕੁਝ ਨਹੀਂ ਗਾ ਇਹਦੇ ਵਿੱਚ। ਮੁਗਲ ਸਲਤਨਤ ਦਾ ਜ਼ੁਲਮ ਰਿਹਾ ਹੋਵੇ, ਚਾਹੇ ਉਹ ਅੰਗਰੇਜ਼ ਦਾ ਜ਼ੁਲਮ ਰਿਹਾ ਹੋਵੇ, ਚਾਹੇ ਉਹ ਕਿਸੇ ਤਰ੍ਹਾਂ ਦਾ ਜ਼ੁਲਮ ਰਿਹਾ ਹੋਵੇ, ਪੰਜਾਬ ਨੇ ਕਦੀ ਪਿੱਛੇ ਨਹੀਂ ਹਟਿਆ। ਤੇ ਅੱਜ ਮੋਦੀ ਦੇ ਇਸ ਹਿਟਲਰ ਸ਼ਾਹੀ ਸ਼ਾਸਨ ਦੇ ਖਿਲਾਫ ਵੀ ਪੰਜਾਬ ਤੋਂ ਫਿਰ ਆਵਾਜ਼ ਉੱਠੀ ਹੈ। ਜਿੰਨੂੰ ਤੁਸੀਂ ਇਹ ਕਿਸਾਨੀ ਬਿੱਲਾਂ ਨਾਲ ਸਹੂਲਤ ਦੇਣਾ ਚਾਹੁੰਦੇ ਹੋ, ਉਹ ਜੇ ਨਹੀਂ ਚਾਹੁੰਦਾ ਵੀ ਮੈਨੂੰ ਇਹ ਸਹੂਲਤ ਨਹੀਂ ਚਾਹੀਦੀ, ਔਰ ਉਹ ਐਡੇ ਵੱਡੇ ਲੈਵਲ ਦੇ ਉੱਤੇ ਦੇਸ਼ ਵਿਆਪੀ ਤੁਹਾਡਾ ਵਿਰੋਧ ਕਰ ਰਿਹਾ ਹੈ, ਤਾਂ ਪ੍ਰਧਾਨ ਮੰਤਰੀ ਮੋਦੀ ਨੂੰ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਆਪਣੇ ਨਿੱਜੀ ਜਿੱਦ ਨੂੰ ਛੱਡ ਕੇ ਕਿ ਨਹੀਂ ਜੀ ਮੈਂ ਫੈਸਲਾ ਲੈ ਲਿਆ, ਮੈਂ ਵਾਪਸ ਨਹੀਂ ਲੈਣਾ, ਉਹਨਾਂ ਨੂੰ ਬਿੱਲ ਵਾਪਸ ਲੈ ਲੈਣੇ ਚਾਹੀਦੇ ਨੇ। ਸਕਦੀ ਅਗਲਾ ਕੀ ਰੁਖ ਸਰੂਪ ਹੋ ਸਕਦਾ, ਉਹਦੇ ਨਾਲ ਗੱਲਬਾਤ ਕਰੀਏ। ਸਾਡੇ ਨਾਲ ਕੁਲਜੀਤ ਸਿੰਘ ਨਾਗਰਾ ਸਾਹਿਬ ਇੱਥੇ ਮੌਜੂਦ ਨੇ। MLA ਦੀ ਆਪਾਂ ਕਹਿ ਦਈਏ ਕਿ MLAਸ਼ਿਪ ਜਿਹੜੀ ਹੈ ਉਹ ਤਿਆਗ ਕੇ ਕਿਸਾਨੀ ਮੋਰਚੇ ਦੇ ਵਿਰੋਧ ਦੇ ਵਿੱਚ ਤਿਆਗ ਕੇ ਉਹ ਲੋਕਾਂ ਦੇ ਵਿੱਚ ਆਏ ਸੀਗੇ ਔਰ ਧਰਨਿਆਂ ਦੇ ਵਿੱਚ ਉਹਨਾਂ ਨੇ ਆ ਕੇ ਆਪਣੀ ਹਾਜ਼ਰੀਆਂ ਭਰੀ ਸੀਗੀ। ਫਤਿਹਗੜ੍ਹ ਸਾਹਿਬ ਦੀ ਸੀਟ ਤੋਂ ਉਹਨਾਂ ਨੇ ਜੋ ਆਪਣੀ ਜੋ ਕਿ ਵਿਧਾਨ ਸਭਾ ਦੀ ਜਿਹੜੀ ਸੀਗੀ ਕੁਰਸੀ ਨੂੰ ਤਿਆਗ ਦਿੱਤਾ ਸੀਗਾ। ਅੱਜ ਮੋਰਚੇ ਦੇ ਵਿੱਚ ਲੋਕਾਂ ਦੇ ਵਿੱਚ ਪਹੁੰਚੇ ਹੋ, ਗੱਲਬਾਤ ਕਰਾਂਗੇ ਤੁਹਾਡੇ ਨਾਲ। ਗੁਰਫਤਿਹ ਦੀ ਸਾਂਝ ਤੋਂ ਸ਼ੁਰੂ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਗਰਾ ਸਾਹਿਬ, ਮੋਰਚੇ ਦੇ ਵਿੱਚ ਪਹੁੰਚੇ ਹੋ, ਲੋਕਾਂ ਦੇ ਵਿੱਚ ਮਿਲ ਰਹੇ ਹੋ, ਗੱਲਬਾਤ ਕਰ ਰਹੇ ਹੋ, ਕਿੱਦਾਂ ਦੇ ਲੱਗ ਰਿਹਾ ਵਿਚਾਰ, ਲੋਕ ਕੀ ਕਹਿ ਰਹੇ ਨੇ? ਦੇਖੋ, ਜਿਹੜੇ ਇਹ ਆਰਡੀਨੈਂਸ ਆਏ ਸੀਗੇ, ਸਭ ਤੋਂ ਪਹਿਲਾਂ ਸ਼ਾਇਦ ਤੁਹਾਨੂੰ ਮੈਂ ਦੱਸਿਆ ਵੀ ਸੀ ਪਹਿਲਾਂ ਕਿ ਜਦੋਂ ਇਹ ਆਰਡੀਨੈਂਸ ਆਏ ਸੀ, ਸਭ ਤੋਂ ਪਹਿਲਾਂ ਮੈਂ ਆਪਣੇ ਜ਼ਿਲ੍ਹੇ ਦੇ ਵਿੱਚ ਆਪਣੀ ਮੀਟਿੰਗ ਕਰਕੇ ਆਪਣੇ ਕੋਵਿਡ ਦੇ ਦੌਰਾਨ ਇਹਨਾਂ ਆਰਡੀਨੈਂਸਾਂ ਦਾ ਵਿਰੋਧ ਕੀਤਾ ਸੀ। ਸਭ ਤੋਂ ਪਹਿਲਾਂ ਜਿਹੜੀ ਟਰੈਕਟਰ ਰੈਲੀ ਪੰਜਾਬ ਦੇ ਵਿੱਚ ਜਿਹੜੀ ਹੋਈ ਤਕਰੀਬਨ 18-20 ਜੂਨ ਦੇ ਕਰੀਬ, ਉਹ ਵੀ ਸਭ ਤੋਂ ਪਹਿਲਾਂ ਕਿਉਂਕਿ ਇਹਦੇ ਖਿਲਾਫ ਜਿਹੜਾ ਸਭ ਤੋਂ ਪਹਿਲਾ ਮੋਰਚਾ ਜਿਹੜਾ ਸੀਗਾ ਉਹ ਖੋਲਿਆ ਗਿਆ ਸੀ ਫਤਿਹਗੜ੍ਹ ਸਾਹਿਬ ਦੀ ਸ਼ਹੀਦਾਂ ਦੀ ਧਰਤੀ ਤੋਂ, ਔਰ ਸਭ ਤੋਂ ਪਹਿਲਾਂ ਧਰਨਾ ਵੀ ਉੱਥੇ ਮੰਡੀ ਦੇ ਵਿੱਚ ਲੱਗਿਆ, ਦਾਣਾ ਮੰਡੀ। ਕੋਵਿਡ ਦੇ ਦੌਰਾਨ ਹੀ ਇਹ ਸਾਰੀਆਂ ਗੱਲਾਂ ਹੋਈਆਂ ਨੇ, ਔਰ ਉਸ ਤੋਂ ਬਾਅਦ ਲਗਾਤਾਰਤਾ ਦੇ ਵਿੱਚ ਜਿਹੜਾ ਇਹ ਕੰਮ ਚੱਲਦਾ ਰਿਹਾ। ਔਰ ਵਿਧਾਨ ਸਭਾ ਦੇ ਵਿੱਚ ਵੀ ਇਹ ਗੱਲ ਕਹੀ ਸੀਗੀ ਕਿ ਜਿਹੜੇ ਰੱਦ ਕੀਤੇ ਜਦੋਂ ਬਿੱਲ ਵਿਧਾਨ ਸਭਾ ਦੇ ਵਿੱਚ ਔਰ ਨਵੇਂ ਬਿੱਲ ਬਣਾ ਕੇ ਗਵਰਨਰ ਨੂੰ ਦਿੱਤੇ, ਉਦੋਂ ਬਾਅਦ ਜਿਹੜਾ ਹੈਗਾ ਆ ਇਹ ਇਸ ਸੰਘਰਸ਼ ਦੇ ਨਾਲ ਆਪਣੇ ਆਪ ਨੂੰ ਜੋੜਿਆ ਸੀ। ਕਿਉਂਕਿ ਸਭ ਤੋਂ ਪਹਿਲਾਂ ਮੈਂ ਕਿਸਾਨ ਹੈ, ਕਿਸਾਨ ਦਾ ਬੇਟਾ ਆ, ਜ਼ਮੀਨ ਧਰਤੀ ਮੇਰੀ ਮਾਂ ਆ, ਔਰ ਜੇ ਆਪਣੀ ਮਾਂ ਦੇ ਪ੍ਰਤੀ,
ਆਪਣੀ ਜ਼ਮੀਨ ਦੇ ਪ੍ਰਤੀ, ਆਪਣੀ ਜ਼ਮੀਰ ਦੇ ਪ੍ਰਤੀ ਜਾਗਰੂਕਤਾ ਨਹੀਂ ਹੈਗੀ ਤਾਂ ਫਿਰ ਕੋਈ ਲੀਡਰਸ਼ਿਪ ਤਾਂ ਬਾਅਦ ਚੋਂ ਹੈ, ਪਾਰਟੀਆਂ ਬਾਅਦ ਚ ਨੇ। ਇਸ ਕਰਕੇ ਇਸੇ ਕਰਕੇ ਮੈਂ ਕਿਹਾ ਸੀਗਾ ਕਿ ਜੇ ਬਿੱਲ ਪਾਰਲੀਮੈਂਟ 'ਚ ਪਾਸ ਹੋਏ ਤਾਂ ਮੈਂ ਉਹਦਾ ਬਤੌਰ ਐਮਐਲਏ ਸਾਕਸ਼ੀ ਨਹੀਂ ਬਣਾਂਗਾ। ਔਰ ਜਿੱਦਣ ਇਹ ਬਿੱਲ ਪਾਸ ਹੋਏ ਸੀ ਤੁਸੀਂ ਮੈਨੂੰ ਮਿਲੇ ਵੀ ਸੀ ਕਿ ਉਸੇ ਦਿਨ ਹੀ ਰੈਜ਼ਿਗਨੇਸ਼ਨ ਜਿਹੜਾ ਸੀਗਾ ਉਹ ਸਪੀਕਰ ਨੂੰ ਭੇਜ ਦਿੱਤਾ ਗਿਆ ਸੀਗਾ ਕਿ ਮੈਂ ਇਹਦੇ ਵਿਰੋਧ ਦੇ ਵਿੱਚ ਰੈਜ਼ਿਗਨੇਸ਼ਨ ਦੇਣਾ ਆ। ਠੀਕ ਹੈ, ਉਹਨਾਂ ਦੇ ਕੋਲ ਪਿਆ ਆ। ਸੋ ਮੇਰੇ ਕਹਿਣ ਦਾ ਭਾਵ ਹੈ ਵੀ ਇਸ ਸੰਘਰਸ਼ ਦਾ ਇੱਕ ਆਮ ਕਿਸਾਨ ਹੋਣ ਦੇ ਨਾਤੇ, ਕਿਸਾਨ ਦਾ ਪੁੱਤ ਹੋਣ ਦੇ ਨਾਤੇ ਇਹਦੇ ਵਿੱਚ ਹਿੱਸਾ ਆਪਣਾ ਪਾ ਰਹੇ ਆ। ਜਿੰਨੇ ਵੀ ਸਾਡੇ ਸਾਥੀ ਨੇ ਪਿੰਡਾਂ ਦੇ ਵਿੱਚੋਂ ਪੰਚ, ਸਰਪੰਚ, ਬਲਾਕ ਸੰਮਤੀ ਮੈਂਬਰ, ਜ਼ਿਲ੍ਹਾ ਪਰਿਸ਼ਦ ਮੈਂਬਰ, 25-25 ਪਿੰਡਾਂ ਦਾ ਇੱਕ ਗਰੁੱਪ ਬਣਾ ਕੇ ਉਹਨਾਂ ਨੂੰ 3-3, 4-4 ਦਿਨਾਂ ਤੋਂ ਬਾਅਦ ਜਿਹੜੇ ਸਾਡੇ ਜਥੇ ਨੇ ਉਹ ਇੱਥੇ ਆਉਂਦੇ ਨੇ। ਲਗਾਤਾਰ ਉਹਨਾਂ ਨੇ ਆਪਣੇ ਲੰਗਰ ਲਾਏ ਹੋਏ ਨੇ ਔਰ ਉਹਦੇ ਵਿੱਚ ਬੰਦੇ ਬਦਲੀ ਜਾ ਰਹੇ ਨੇ। ਹੁਣ ਅਸੀਂ ਤਕਰੀਬਨ ਇੱਕ ਆਪਣੇ ਐਨਆਰਆਈ ਭਰਾਵਾਂ ਦੇ ਨਾਲ ਮਿਲ ਕੇ ਇੱਕ ਬੱਸ ਜਿਹੜੀ ਹੈਗੀ ਹੈ ਡੇਲੀ ਸ਼ੁਰੂ ਕੀਤੀ ਹੈ ਕਿ ਜਿਨ੍ਹਾਂ ਨੇ ਸਵੇਰੇ ਆਉਣਾ ਹੈ ਤੇ ਸ਼ਾਮ ਨੂੰ ਵਾਪਸ ਚਲੇ ਜਾਣਾ ਹੈ। ਉਹ ਵੀ ਇਹ ਜਿਹੜੀ ਹੈਗੀ ਉਹਦੀ ਸ਼ੁਰੂਆਤ ਕੀਤੀ ਹੈ। ਸੋ ਲਗਾਤਾਰ ਕਿਉਂਕਿ ਪਿੱਛੇ ਰਹਿ ਕੇ, ਕਿਉਂਕਿ ਸਾਡੇ ਸਤਿਕਾਰਯੋਗ ਕਿਸਾਨ ਲੀਡਰ ਜਿਹੜੇ ਹੈਗੇ ਨੇ, ਜਥੇਬੰਦੀਆਂ ਅੱਗੇ ਲੱਗੀਆਂ ਨੇ, ਸਾਡਾ ਕੰਮ ਹੈਗਾ ਆ ਜਿਹੜਾ ਸਾਡਾ ਕੰਮ ਹੈ ਸਰਕਾਰ ਪੱਧਰ ਤੇ, ਸਰਕਾਰਾਂ ਦੇ ਪੱਧਰ ਤੇ ਜਾਂ ਹੋਰ ਕਿਸੇ ਲੈਵਲ ਦੇ ਉੱਤੇ ਉਹਨੂੰ ਪੂਰਾ ਕਰ ਰਹੇ ਆ। ਅਗਲਾ ਕੰਮ ਇਹ ਕਰਦੇ ਆ, ਉਹਨਾਂ ਦੀ ਜੋ ਉਹਨਾਂ ਦੀ ਜ਼ਿੰਮੇਵਾਰੀ ਲੋਕਾਂ ਨੇ ਲਾਈ ਹੈਗੀ ਹੈ। ਸੋ ਇਸ ਕਰਕੇ ਇਹ ਜਿਹੜਾ ਸੰਘਰਸ਼ ਹੈ ਇਹ ਹਰ ਵਿਅਕਤੀ ਦਾ ਸੰਘਰਸ਼ ਹੈ, ਖਾਸ ਤੌਰ ਤੇ ਉਸ ਜ਼ਮੀਨ ਦੇ ਨਾਲ ਜੁੜੇ ਉਸ ਹਰ ਵਿਅਕਤੀ ਦਾ ਸੰਘਰਸ਼ ਹੈ ਜਿਹੜਾ ਇਸ ਤੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਫੈਕਟਡ ਹੁੰਦਾ ਹੈਗਾ। ਸੋ ਅੱਜ ਜਿਹੜਾ ਪੂੰਜੀਪਤੀਆਂ ਦੇ ਨਾਲ ਰਲ ਕੇ ਮੋਦੀ ਦੀ ਸਰਕਾਰ ਜਿਸ ਤਰ੍ਹਾਂ ਦਾ ਇਹ ਵਤੀਰਾ ਕਰ ਰਹੀ ਹੈ, ਇਹ ਦੇਖੋ ਇਸ ਸੰਘਰਸ਼ ਨੇ ਇੱਕ ਨਵੀਂ ਰਾਹ ਦਿਖਾਈ ਹੈ ਹਿੰਦੁਸਤਾਨ ਦੇ ਲੋਕਾਂ ਨੂੰ। ਸਾਡੀ ਭਾਈਚਾਰਕ ਸਾਂਝ ਪੈਦਾ ਹੋਈ ਹੈ, ਜਿਹੜਾ ਸਾਡਾ ਕਨੈਕਟ ਪੂਰੇ ਹਿੰਦੁਸਤਾਨ ਦੇ ਵਿੱਚ ਸਿੱਖ ਕੌਮ ਦੇ ਰੂਪ ਦੇ ਵਿੱਚ, ਸਰਦਾਰਾਂ ਦੇ ਰੂਪ ਦੇ ਵਿੱਚ, ਪੰਜਾਬੀਆਂ ਦੇ ਰੂਪ ਦੇ ਵਿੱਚ ਇੱਕ ਜਿਹੜਾ ਟੁੱਟਿਆ ਸੀਗਾ ਉਹਨੂੰ ਫਿਰ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਲੋਕਾਂ ਦੇ ਪੂਰੇ ਹਿੰਦੁਸਤਾਨ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਸਾਡਾ ਜਿਹੜਾ ਹੈਗਾ ਆ ਪੰਜਾਬੀਆਂ ਦਾ, ਸਰਦਾਰਾਂ ਦਾ, ਸਿੱਖਾਂ ਦਾ ਕੱਦ ਵਧਿਆ ਆ ਔਰ ਉਹਦੇ ਵਿੱਚ ਰਿਸਪੈਕਟ ਵੀ ਵਧੀਆ। ਆਪਾਂ ਦੇਖ ਹੀ ਰਹੇ ਹਾਂ ਕਿ ਲੋਕ ਇਸ ਗੱਲ ਨੂੰ ਸਮਝਣ ਲੱਗ ਗਏ ਨੇ। ਤੁਸੀਂ ਵੀ ਅਕਾਲ ਚੈਨਲ ਦੇ ਰੂਪ ਦੇ ਵਿੱਚ ਤੁਸੀਂ ਇੱਕ ਆਪਣਾ ਜਿੱਥੇ ਆਹ ਪੱਤਰਕਾਰੀ ਦੇ ਰੂਪ ਦੇ ਵਿੱਚ ਚੱਲਦੇ ਹੋ, ਕਿੱਥੇ ਤੁਸੀਂ ਆਹ ਵੱਖਰੀ ਇੱਕ ਫ੍ਰੀ ਸਰਵਿਸ ਮੈਡੀਸਨ ਤੇ ਹੋਰ ਦਵਾਈਆਂ, ਕਿਤਾਬਾਂ, ਗੁਟਕਾ ਸਾਹਿਬ, ਤੁਸੀਂ ਜਿਹੜੇ ਕੰਬਲ, ਜੈਕਟਾਂ, ਕੋਟੀਆਂ ਜੋ ਤੁਹਾਡੇ ਕੋਲ ਆਉਂਦਾ ਤੁਸੀਂ ਵੰਡ ਰਹੇ ਹੋ, ਪਾਣੀ ਤੱਕ ਸਾਰਾ ਕੁਝ ਲੰਗਰ ਲਾਇਆ ਹੋਇਆ। ਤੁਸੀਂ ਹਰ ਵਿਅਕਤੀ ਆਪਣੀ ਆਪਣੀ ਸੇਵਾ ਨਿਭਾ ਰਿਹਾ, ਅਸੀਂ ਆਪਣੀ ਸੇਵਾ ਨਿਭਾ ਰਹੇ ਹਾਂ ਕਿਉਂਕਿ ਸਾਡੀ ਸਿਆਸਤ ਸਾਡੇ ਹਲਕਿਆਂ ਤੱਕ ਹੈ, ਸਾਡੀਆਂ ਪਾਰਟੀਆਂ ਤੱਕ ਹੈ, ਸਾਡੀ ਸਰਕਾਰ ਤੱਕ ਹੈ। ਇਹ ਅੰਦੋਲਨ ਜਿਹੜਾ ਇਹ ਸਾਂਝਾ ਅੰਦੋਲਨ ਹੈ। ਸਾਂਝਾ ਤਾਂ ਬਿਲਕੁਲ ਦਿਖ ਰਿਹਾ। ਸਿੱਖ ਵੀ ਇੱਥੇ ਨੇ, ਉਹ ਸਾਡੇ ਉਹ ਜਿਸ ਤਰ੍ਹਾਂ ਸਾਹਮਣੇ ਉੱਥੇ ਕੈਂਪ ਲੱਗਾ ਉੱਥੇ ਹਿੰਦੂ ਵੀਰ ਬੈਠੇ ਨੇ, ਉਹ ਸੇਵਾ ਕਰ ਰਹੇ ਨੇ। ਮੁਸਲਮਾਨ ਵੀਰਾਂ ਦਾ ਅੱਗੇ ਕੈਂਪ ਲੱਗਾ ਹੋਇਆ ਔਰ ਇਹ ਜਿਹੜਾ ਵੀਰ ਬੋਲਦਾ ਪਿਆ ਜਿਹਦੀ ਆਵਾਜ਼ ਆ ਰਹੀ ਹੈ, ਵਿੱਕੀ ਥੋਮਸ, ਬੜਾ ਇੱਕ ਮਸ਼ਹੂਰ ਚਿਹਰਾ, ਕ੍ਰਿਸਚੀਅਨ ਵੀਰ ਹੈ। ਚਾਰੇ ਧਰਮ ਇੱਥੇ ਮੌਜੂਦ ਨੇ, ਹੋਰ ਵੀ ਜਿਹੜੇ ਰਹਿ ਗਏ ਸ਼ਾਇਦ ਇੱਥੇ ਆਂਦੇ ਨੇ। ਸਾਂਝੀਵਾਲਤਾ ਦਾ ਇੱਕ ਬਹੁਤ ਵੱਡਾ ਸਬੂਤ ਹੈ। ਦੇਖੋ ਸਾਡੇ ਗੁਰੂ ਸਾਹਿਬ ਵੀ ਸਾਨੂੰ ਸਾਂਝੀਵਾਲਤਾ ਦਾ ਸੰਦੇਸ਼ ਦੇ ਕੇ ਗਏ ਨੇ। ਇਹ ਤੇ ਕਿਤੇ ਕਈ ਵਾਰੀ ਕੋਈ ਗੱਲ ਉਹੋ ਜੀ ਹੋ ਜਾਂਦੀ ਹੈ, ਅਦਰਵਾਈਜ਼ ਤਾਂ ਜਿਹੜਾ ਅੱਜ ਇਹ ਸੰਘਰਸ਼ ਹੈ ਇਹਨੇ ਕਈ ਪੈੜਾਂ ਪਾਉਣੀਆਂ ਨੇ। ਜਿੱਥੇ ਕਿਸਾਨੀ ਬਿੱਲਾਂ ਨੂੰ ਲੈ ਕੇ ਹੈ ਉੱਥੇ ਇਹਨੇ ਇਸ ਗੱਲ ਨਾਲ ਵੀ ਇੱਕ ਦਿੱਤਾ ਆ ਕਿ ਜਿਹੜੀਆਂ ਕੌਮਾਂ ਜਿੰਦਾ ਨੇ, ਜਿਨ੍ਹਾਂ ਦੇ ਅੰਦਰ ਜਿੰਦਾ ਦਿਲੀ ਹੈ, ਜਿਨ੍ਹਾਂ ਦੇ ਅੰਦਰ ਉਹਨਾਂ ਦੇ ਗੁਰੂ ਨੇ ਇੱਕ ਇਹੋ ਜੀ ਸਪਿਰਿਟ ਭਰੀ ਹੈ, ਉਹ ਕਦੀ ਵੀ ਮਰਦੀਆਂ ਨਹੀਂ ਗੀਆਂ, ਉਹ ਕਦੀ ਵੀ ਦਬਦੀਆਂ ਨਹੀਂ ਗੀਆਂ ਔਰ ਕਦੀ ਵੀ ਉਹਨਾਂ ਕੌਮਾਂ ਕਦੀ ਚੁੱਪ ਵੀ ਨਹੀਂ ਰਹਿੰਦੀਆਂ ਜ਼ੁਲਮ ਦੇ ਖਿਲਾਫ। ਉਹ ਜ਼ੁਲਮ ਭਾਵੇਂ ਦਿੱਲੀ ਦੀ ਸਰਕਾਰ ਕਰੇ ਜਾਂ ਉਹ ਕੋਈ ਹੋਰ ਕਰੇ। ਪਰ ਇਹਦੇ ਵਿੱਚ ਗੱਲ ਕਰੀਏ ਤੇ ਜੇ ਆਪਾਂ ਥੋੜਾ ਜਿਹਾ ਤਿੱਖੇ ਸਵਾਲ ਵੀ ਰਹਿਣਗੇ ਕਿਉਂਕਿ ਜਦੋਂ ਦਾ ਮੋਰਚਾ ਸ਼ੁਰੂ ਹੋਇਆ ਜਾਂ 2-3 ਮਹੀਨੇ ਤੋਂ ਪਹਿਲੇ ਤੋਂ ਹੀ ਇਹ ਕਿਹਾ ਜਾ ਰਿਹਾ ਕਿ ਕਾਂਗਰਸ ਜਿਹੜੀ ਹੈ ਆਪਣੀ ਰਾਜਨੀਤਿਕ ਜ਼ਮੀਨ ਤਲਾਸ਼ ਕਰ ਰਹੀ ਹੈਗੀ ਹੈ ਇਸ ਮੋਰਚਿਆਂ ਦੀ ਆੜ ਦੇ ਵਿੱਚ, ਇਹਨਾਂ ਬਿੱਲਾਂ ਦੇ ਵਿਰੋਧ ਦੇ ਵਿੱਚ। ਕਿਉਂਕਿ ਕਹਿ ਦਈਏ ਵਿਪਕਸ਼ ਦਾ ਨਾ, ਜਦੋਂ ਕਾਂਗਰਸ ਦੀ ਸਰਕਾਰ ਸੀਗੀ ਉਦੋਂ ਭਾਜਪਾ ਹਰ ਬਿੱਲ ਦਾ ਵਿਰੋਧ ਕਰਦੀ ਹੁੰਦੀ ਸੀਗੀ। ਅੱਜ ਕਾਂਗਰਸ ਦੀ ਜਦੋਂ ਅੱਜ ਭਾਜਪਾ ਦੀ ਸਰਕਾਰ ਹੈ, ਕਾਂਗਰਸ ਵੀ ਉਹਦੇ ਹਰ ਬਿੱਲ ਦਾ, ਹਰ ਬਜਟ ਦਾ ਵਿਰੋਧ ਕਰਦੀ, ਉਹਦੇ ਵਿੱਚ ਨੁਕਤੇਚੀਨੀਆਂ ਕੱਢਦੀ ਹੈ। ਕਿਤੇ ਇਲਜ਼ਾਮ ਵੀ ਲੱਗਦੇ ਪਏ, ਭਾਜਪਾ ਆਗੂ ਸਿੱਧਾ ਇਲਜ਼ਾਮ ਲਗਾਉਂਦੇ ਆ ਕੁਛ ਨਹੀਂ ਹੈ, ਕਾਂਗਰਸੀ ਆਗੂਆਂ ਨੇ ਗੁੰਮਰਾਹ ਕੀਤਾ ਕਿਸਾਨ ਨੂੰ। ਗੁੰਮਰਾਹ ਕਰ ਸਕਦਾ, ਹੁਣ ਤੁਹਾਨੂੰ ਗੁੰਮਰਾਹ ਕਰ ਦਿੱਤਾ ਸੀ ਵੀ ਤੁਸੀਂ ਇੱਥੇ ਆ ਕੇ ਆ ਜਿਹੜੀ ਸੇਵਾ ਨਿਭਾ ਰਹੇ ਹੋ। ਇੱਥੇ ਕੋਈ ਗੁੰਮਰਾਹ ਹੋਣ ਵਾਲਾ ਹੈਗਾ? ਇੱਥੇ ਵੀ ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ, ਯੂਥ ਕਲੱਬ, ਹਰ ਤਰ੍ਹਾਂ ਦੇ ਲੋਕ ਮਤਲਬ ਜਿਹੜੇ ਹੈਗੇ ਨੇ, ਸਿਆਸੀ ਬੰਦੇ ਪਿੱਛੇ ਰਹਿ ਕੇ ਆਪਣੀ ਮਦਦ ਕਰ ਰਹੇ ਹੈਗੇ ਆ, ਆਪਣਾ ਫਰਜ਼ ਨਿਭਾ ਰਹੇ ਆ। ਕਿਉਂਕਿ ਇੱਥੇ ਅੱਜ ਜ਼ਮੀਨ ਤੇ ਜ਼ਮੀਰ ਦੀ ਲੜਾਈ ਹੈ, ਇੱਥੇ ਕੋਈ ਸਿਆਸੀ ਲੜਾਈ ਨਹੀਂ ਗੀ। ਜੇ ਸਿਆਸੀ ਲੜਾਈ ਹੁੰਦੀ ਤਾਂ ਇੱਥੇ ਝੰਡੇ ਸਿਆਸੀ ਨਜ਼ਰ ਆਉਂਦੇ।
ਸੋ ਇਸ ਕਰਕੇ ਜਿਹੜੀ ਗੱਲ ਆਪੋਜੀਸ਼ਨ ਦੀ ਹੈ, ਆਪੋਜੀਸ਼ਨ ਦਾ ਇੱਕ ਫਰਜ਼ ਬਣਦਾ ਹੈਗਾ ਆ, ਜਿਹੜੀ ਚੰਗੀ ਆਪੋਜੀਸ਼ਨ ਆ, ਜੇ ਉਹ ਸਰਕਾਰ ਨੂੰ ਸ਼ੀਸ਼ਾ ਨਹੀਂ ਦਿਖਾਉਂਦੀ। ਸਾਡੇ ਸੰਵਿਧਾਨ ਦੇ ਵਿੱਚ ਆਪੋਜੀਸ਼ਨ ਦਾ ਇੱਕ ਰੋਲ ਹੈ, ਸਰਕਾਰ ਦਾ ਇੱਕ ਰੋਲ ਹੈ। ਆਪੋਜੀਸ਼ਨ ਦਾ ਰੋਲ ਜੇ ਅਸੀਂ ਪੂਰਾ ਨਹੀਂ ਕਰਾਂਗੇ, ਮੁੜ ਕੇ ਇਹ ਇਲਜ਼ਾਮ ਲੱਗਣਗੇ ਵੀ ਇਹ ਚੁੱਪ ਕਰਕੇ ਬੈਠੇ ਨੇ। ਪਰ ਮੈਂ ਤੁਹਾਨੂੰ ਇਸ ਅੰਦੋਲਨ ਦੇ ਵਿੱਚ ਗੱਲ ਕਰਦਾ ਵੀ ਤੁਹਾਨੂੰ ਕਦੀ ਕੋਈ ਕਾਂਗਰਸ ਵੱਲੋਂ ਕਿਸੇ ਵੱਲੋਂ ਕੋਈ ਇਸ ਤਰ੍ਹਾਂ ਦਾ ਲੱਗਿਆ ਵੀ ਕੋਈ ਰਾਜਨੀਤੀ ਹੋ ਰਹੀ ਹੈ? ਸਾਨੂੰ ਕਿਹਾ ਜਾਂਦਾ ਆ, ਤੁਸੀਂ ਵੀ ਇੱਥੇ ਆਏ ਹੋ, ਤੁਸੀਂ ਵੀ ਇੱਥੇ ਆਏ ਹੋ, ਲੋਕਾਂ ਨੂੰ ਮਿਲ ਹੀ ਰਹੇ ਹੋ। ਹਾਂ, ਨਹੀਂ, ਸਾਨੂੰ ਕਿਹਾ ਜਾਂਦਾ ਆ ਕਿ ਤੁਸੀਂ ਆਓ, ਅੱਗੇ ਆਓ, ਅਸੀਂ ਪਿੱਛੇ ਜਾ ਕੇ ਬੈਠਦੇ ਆ। ਸਾਨੂੰ ਕਿਹਾ ਜਾਂਦਾ ਆ ਕਿ ਤੁਸੀਂ ਸਟੇਜ ਤੇ ਬੋਲੋ, ਅਸੀਂ ਕਹਿੰਦੇ ਵੀ ਨਹੀਂ। ਸਾਨੂੰ ਕਿਹਾ ਜਾਂਦਾ ਵੀ ਇਹਦੇ ਵਿੱਚ ਕੀ, ਉਹਨਾਂ ਨੂੰ ਸਾਰਾ ਜਿਹੜੇ ਸਾਡੇ ਫਰਜ਼ ਨੇ ਉਹ ਅਸੀਂ ਕਿਸਾਨ ਦੇ ਰੂਪ ਚ ਨਿਭਾ ਰਹੇ ਆ ਇੱਥੇ, ਤੇ ਜਿਹੜੇ ਦੂਸਰੇ ਫਰਜ਼ ਨੇ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਆ ਉਹ ਨਿਭਾ ਰਹੇ ਨੇ, ਔਰ ਬੜੇ ਵਧੀਆ ਨਿਭਾ ਰਹੇ ਨੇ। ਸੋ ਇਸ ਕਰਕੇ ਜਦੋਂ ਕਿਸੇ ਕੋਲੇ ਬੀਜੇਪੀ ਕੋਲੇ ਆਪਣੇ ਆਪ ਨੂੰ, ਕਿਉਂਕਿ ਉਹਨਾਂ ਨੇ ਇੱਕ ਬਹੁਤ ਵੱਡੀ ਗਲਤੀ ਕਰ ਲਈ, ਉਸ ਗਲਤੀ ਤੋਂ ਉੱਤੇ ਨਿਕਲਣ ਵਾਸਤੇ ਬੀਜੇਪੀ ਕੋਲੇ ਕੋਈ ਰਸਤਾ ਨਹੀਂ। ਫਿਰ ਜਦੋਂ ਕੋਈ ਰਸਤਾ ਨਹੀਂ ਬਚਦਾ ਤੇ ਫਿਰ ਉਹ ਇਲਜ਼ਾਮ ਤੇ ਆ ਜਾਂਦੀ ਆ, ਹੋਰ ਕੁਝ ਨਹੀਂ ਗਾ ਇਹਦੇ ਵਿੱਚ। ਜਦੋਂ ਕਹਿੰਦੇ ਵੀ ਹੁਣ ਮੈਨੂੰ ਇੱਕ ਗੱਲ ਦੱਸੋ ਵੀ ਜੇ ਇਹ ਕਾਨੂੰਨ ਪਹਿਲਾਂ ਪਾਰਲੀਮੈਂਟ ਦੇ ਵਿੱਚ, ਵਿਧਾਨ ਸਭਾ ਦੇ ਵਿੱਚ, ਪੰਜਾਬ ਦੀ ਵਿਧਾਨ ਸਭਾ ਦੇ ਵਿੱਚ 115 ਐਮਐਲਏ ਨੇ, ਵਿੱਚ ਹੀ ਆਪੋਜੀਸ਼ਨ ਦੇ ਐਮਐਲਏ ਨੇ, ਸਾਰਿਆਂ ਨੇ ਰਲ ਕੇ ਇਹਨਾਂ ਨੂੰ ਰਿਜੈਕਟ ਕਰਤਾ, ਇਹਨਾਂ ਨੂੰ ਕਹਿਤਾ। ਰਾਜਸਥਾਨ ਦੀ ਸਰਕਾਰ ਨੇ ਰਿਜੈਕਟ ਕਰਤਾ, ਛੱਤੀਸਗੜ੍ਹ ਦੀ ਸਰਕਾਰ ਨੇ ਰਿਜੈਕਟ ਕਰਤਾ। ਜਦੋਂ ਸਾਰੇ ਸਰਕਾਰਾਂ ਨੇ ਰਿਜੈਕਟ ਕਰਤੇ ਤਾਂ ਇਹਨਾਂ ਨੂੰ ਚਾਹੀਦਾ ਸੀ ਪਾਰਲੀਮੈਂਟ ਦੇ ਵਿੱਚੋਂ ਨਾ ਪਾਸ ਕਰਦੇ, ਉਹਨੂੰ ਫਿਰ ਐਕਸਪਰਟ ਕਮੇਟੀ ਦੇ ਕੋਲੇ ਭੇਜ ਦਿੰਦੇ, ਕਿਸਾਨ ਯੂਨੀਅਨਾਂ ਦੇ ਨਾਲ ਗੱਲ ਕਰਦੇ, ਬਾਅਦ ਚ ਕਰ ਲੈਂਦੇ। ਨਹੀਂ, ਕਾਹਲੀ ਕਾਹਦੀ ਸੀਗੀ, ਕੋਵਿਡ ਸੈਸ਼ਨ ਦੇ ਵਿੱਚ ਹੀ ਤੁਸੀਂ ਉਹਨਾਂ ਨੂੰ ਪਾਸ ਕਰਨਾ ਸੀਗਾ। ਸੋ ਇਸ ਕਰਕੇ ਇਹਦਾ ਜਿਹੜਾ ਸੀਗਾ ਇਹਨਾਂ ਦੀ ਗਲਤੀ ਸੀਗੀ। ਔਰ ਉਸ ਵੇਲੇ ਕਾਂਗਰਸ ਦੇ ਲੀਡਰਾਂ ਨੇ, ਪਾਰਲੀਮੈਂਟ ਮੈਂਬਰਾਂ ਨੇ ਅੰਦਰ ਰੌਲਾ ਪਾਇਆ ਵੀ ਨਾ ਕਰੋ, ਇਹ ਬੜਾ ਵੱਡਾ ਤੁਹਾਡੇ ਖਿਲਾਫ ਇੱਕ ਮਹਾਜ ਖੜਾ ਹੋਣਾ ਆ। ਰਾਜ ਸਭਾ ਦੇ ਵਿੱਚ ਧੋਖੇ ਦੇ ਨਾਲ ਪਾਸ ਕਰਾ ਲਿਆ ਇਹਨਾਂ ਨੇ, ਤੇ ਜਦੋਂ ਧੋਖੇ ਨਾਲ ਪਾਸ ਕਰਾਤਾ ਤੇ ਫਿਰ ਇਹ ਜਿਹੜਾ ਹੈਗਾ ਆ, ਜਿਹੜਾ ਇਹ ਕੰਮ ਸੀਗਾ, ਇਸ ਕੰਮ ਨੇ ਕਿੱਥੇ ਲਿਆ ਕੇ ਸਰਕਾਰ ਦੀ ਸਥਿਤੀ ਖੜੀ ਕਰ ਦਿੱਤੀ। ਅਸੀਂ ਕੋਈ ਗਲਤ ਤਾਂ ਨਹੀਂ ਸੀ ਕਹਿ ਰਹੇ, ਅਸੀਂ ਸਰਕਾਰ ਨੂੰ ਸਹੀ ਦਿਸ਼ਾ ਹੀ ਦਿਖਾ ਰਹੇ ਸੀਗੇ ਕਿ ਦੇਸ਼ ਦੇ ਵਿੱਚ ਅਨਰੈਸਟ ਹੋਊਗਾ, ਦੇਸ਼ ਦੇ ਲੋਕਾਂ ਨੇ ਇਹਨਾਂ ਨੂੰ ਨਹੀਂ ਮੰਨਣਾ ਹੈਗਾ, ਤੇ ਫਿਰ ਅਸੀਂ ਉਹ ਸਾਡੀ ਗੱਲ ਸੱਚੀ ਹੋ ਗਈ। ਕਿਉਂਕਿ ਇਹ ਜਿਹੜੇ ਲੋਕ ਇੱਥੇ ਤੁਰੇ ਫਿਰਦੇ ਨੇ, ਇਹ ਕੋਈ ਨਾ ਕਾਂਗਰਸੀ ਹੈ, ਨਾ ਕੋਈ ਬੀਜੇਪੀ ਦਾ, ਨਾ ਕੋਈ ਅਕਾਲੀ ਹੈ, ਨਾ ਕੋਈ ਕੁਛ ਹੈ, ਸਭ ਤੋਂ ਪਹਿਲਾਂ ਕਿਸਾਨ ਨੇ। ਉਹ ਤਾਂ ਕਹਿੰਦੇ ਅੱਤਵਾਦੀ ਹੈ। ਹਾਂਜੀ, ਉਹ ਤਾਂ ਕਹਿੰਦੇ ਅੱਤਵਾਦੀ ਹੈ। ਦੇਖੋ, ਇਹ ਜਿਹੜਾ ਬੀਜੇਪੀ ਹੈ, ਇਹ ਤੁਹਾਨੂੰ ਪਤਾ ਆ, ਜਦੋਂ ਇਹਨਾਂ ਨੇ ਕਿਸੇ ਮੁੱਦੇ ਤੋਂ ਧਿਆਨ ਹਟਾਉਣਾ ਹੋਵੇ ਤਾਂ ਫਿਰ ਕੋਈ ਨਾ ਕੋਈ ਇਹੋ ਜੀ ਗੱਲ ਕਰਦੇ ਨੇ ਕਿ ਲੋਕਾਂ ਦਾ ਧਿਆਨ ਹਟ ਜੇ। ਪਰ ਨਾ ਤਾਂ ਇਹਨਾਂ ਦੇ ਉਹ ਮੁੱਦਾ ਚੱਲਿਆ, ਨਾ ਇਹਨਾਂ ਦਾ ਚੱਲਿਆ ਵੀ ਇਕੱਲੇ ਪੰਜਾਬ ਦੀ ਐਜੀਟੇਸ਼ਨ ਹੈ, ਉਹ ਵੀ ਨਹੀਂ ਚੱਲਿਆ। ਹੁਣ ਲੋਕਾਂ ਨੇ ਇਸ ਚੀਜ਼ ਨੂੰ ਐਕਸੈਪਟ ਕਰ ਲਿਆ, ਇੱਕ ਗੱਲ ਨੂੰ ਐਕਸੈਪਟ ਕਰ ਲਿਆ ਕਿ ਪੰਜਾਬ ਦੇ ਜੁਝਾਰੂ ਲੋਕਾਂ ਨੇ ਇਹ ਜਿਹੜੇ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਖੜੇ ਰਹੇ ਨੇ, ਚਾਹੇ ਉਹ ਮੁਗਲ ਸਲਤਨਤ ਦਾ ਜ਼ੁਲਮ ਰਿਹਾ ਹੋਵੇ, ਚਾਹੇ ਉਹ ਅੰਗਰੇਜ਼ ਦਾ ਜ਼ੁਲਮ ਰਿਹਾ ਹੋਵੇ, ਚਾਹੇ ਉਹ ਕਿਸੇ ਤਰ੍ਹਾਂ ਦਾ ਜ਼ੁਲਮ ਰਿਹਾ ਹੋਵੇ, ਪੰਜਾਬ ਨੇ ਕਦੀ ਪਿੱਛੇ ਨਹੀਂ ਹਟਿਆ। ਤੇ ਅੱਜ ਮੋਦੀ ਦੇ ਇਸ ਹਿਟਲਰ ਸ਼ਾਹੀ ਸ਼ਾਸਨ ਦੇ ਖਿਲਾਫ ਵੀ ਪੰਜਾਬ ਤੋਂ ਫਿਰ ਆਵਾਜ਼ ਉੱਠੀ ਹੈ, ਜਿਨੇ ਸਾਰੇ ਹਿੰਦੁਸਤਾਨ ਨੂੰ ਜਗਾਇਆ ਆ। ਔਰ ਇਹ ਜੇ ਉਹਨਾਂ ਲੋਕਾਂ ਨੂੰ ਕਿਸੇ ਰੂਪ ਤੇ ਸ਼ਬਦ ਦੇ ਰੂਪ ਵਿੱਚ ਕਰਦੇ ਆ, ਤੇ ਅੱਜ ਤੁਸੀਂ ਦੇਖੋ ਵੀ ਜਿਹੜੇ ਇਹ ਹਿੰਦੂ ਭਾਈਚਾਰਾ ਆ, ਜਿਹੜਾ ਇਹ ਹਰਿਆਣਾ ਨਾਲ ਆ ਕੇ ਖੜਾ ਹੋ ਗਿਆ, ਯੂਪੀ ਆ ਕੇ ਖੜਾ ਹੋ ਗਿਆ, ਮੱਧ ਪ੍ਰਦੇਸ਼ ਦਾ ਕਿਸਾਨ ਆਇਆ ਆ, ਕੇਰਲ ਦਾ ਕਿਸਾਨ ਆਇਆ ਆ, ਤ੍ਰਿਪੁਰਾ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ, ਨਾਗਾਲੈਂਡ 'ਚ ਪ੍ਰੋਟੈਸਟ ਹੋ ਰਹੇ ਨੇ। ਫਿਰ ਉਹ ਕੌਣ ਹੈ? ਉਹ ਕੌਣ ਲੋਕ ਨੇ? ਉਹ ਸਾਰੇ ਅੱਤਵਾਦੀ ਨੇ। ਮੈਂ ਜਾਣਨਾ ਚਾਹਾਂਗਾ ਕਿ ਲੰਬੇ ਚਿਰ ਤੋਂ ਨਾ ਇਸ ਬਾਰੇ ਗੱਲਬਾਤ ਹੋ ਰਹੀ ਆ ਕਿ ਇੱਕ ਡਾਕੂਮੈਂਟ ਜਿਹੜਾ ਹੈ ਨਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈਗਾ, ਜਿਸ ਦੇ ਵਿੱਚ ਕਹਿ ਰਿਹਾ ਕਿ ਇੱਕ ਪਾਸੇ ਤਾਂ ਕਾਂਗਰਸ ਵਿਰੋਧ ਕਰ ਰਹੀ ਹੈ, ਅੰਬਾਨੀ ਅਡਾਨੀਆਂ ਦਾ ਵਿਰੋਧ ਕਰਦੀ ਪਈ ਹੈਗੀ ਆ, ਦੂਜੇ ਪਾਸੇ ਕੁਝ ਮਹੀਨਾ ਪਹਿਲੇ ਇੱਕ ਪਾਵਰ ਪਲਾਂਟ ਜਿਹੜਾ ਹੈਗਾ ਉਹ ਅਡਾਨੀ ਗਰੁੱਪ ਨੂੰ ਦੇ ਦਿੱਤਾ ਗਿਆ। ਉਹਦੀ ਕੀ ਸੱਚਾਈ ਆ? ਜੇ ਉਹ ਇੱਕ ਡਾਕੂਮੈਂਟ ਕਾਫੀ ਵਾਇਰਲ ਹੋ ਰਿਹਾ ਹੈਗਾ ਕਿ ਇੱਕ ਪਾਵਰ ਪਲਾਂਟ ਦਾ ਅਡਾਨੀ ਗਰੁੱਪ ਦਾ, ਮੈਨੂੰ ਮੇਰੇ ਧਿਆਨ 'ਚ ਨਹੀਂਗਾ ਕੋਈ ਇਹੋ ਜੀ ਗੱਲ ਹੋਈ ਹੋਵੇ। ਜਿਹੜੇ ਪਾਵਰ ਐਗਰੀਮੈਂਟ ਹੈਗੇ ਨੇ ਗਵਰਨਮੈਂਟ ਆਫ ਇੰਡੀਆ ਕਰ ਰਹੀ ਹੈਗੀ ਹੈ। ਮੈਂ ਪੰਜਾਬ ਦਾ ਕਹਿ ਰਿਹਾ, ਪੰਜਾਬ ਸਰਕਾਰ ਵਿੱਚ ਤਾਂ ਕੋਈ ਨਹੀਂ ਪਾਵਰ ਪਲਾਂਟ ਇਹੋ ਜਿਹਾ ਹੈਗਾ। ਚਲੋ ਠੀਕ ਹੈ, ਤੁਸੀਂ ਇਸ ਗੱਲ ਦੇ ਵਿੱਚ ਕਿਸੇ ਨੇ ਗਲਤ ਕਿਉਂ? ਕੋਈ ਪਾਵਰ ਪਲਾਂਟ ਨਵਾਂ ਪਾਵਰ ਪਲਾਂਟ ਹੀ ਕੋਈ ਨਹੀਂ। ਜਿਹੜੇ ਸੁਖਬੀਰ ਬਾਦਲ ਵੇਲੇ ਤੇ ਦਿੱਤੇ ਹੋਏ ਨੇ 2 ਪਾਵਰ ਪਲਾਂਟ ਜਿਹੜੇ ਪ੍ਰਾਈਵੇਟ ਆਏ ਸੀਗੇ, ਉਸ ਤੋਂ ਬਾਅਦ ਤਾਂ ਕੋਈ ਪਾਵਰ ਪਲਾਂਟ ਹੀ ਨਹੀਂ ਆਇਆ। ਇਹ ਕੋਈ ਅੱਜ ਕੱਲ ਤੁਹਾਨੂੰ ਪਤਾ ਸੋਸ਼ਲ ਮੀਡੀਆ ਦੇ ਵਿੱਚ ਝੂਠੀ ਕੋਈ ਖਬਰ ਸੁੱਟ ਦੋ, ਉਹ ਅੱਗੇ ਵਾਇਰਲ ਹੁੰਦੀ ਰਹਿੰਦੀ ਹੈ। ਸੋ ਇਸ ਕਰਕੇ ਕੋਈ ਇਹੋ ਜਿਹਾ ਵੀ ਨਹੀਂਗਾ।
ਚਲੋ ਇੱਕ ਸਵਾਲ ਉੱਠ ਰਿਹਾ ਸੋਸ਼ਲ ਮੀਡੀਆ ਤੇ ਕਿ ਜੇ ਪੰਜਾਬ ਦੇ ਐਮਪੀ ਕਿਉਂਕਿ ਪਾਰਲੀਮੈਂਟ ਦੇ ਵਿੱਚ ਪਾਸ ਹੋਏ ਆ ਤੇ ਪੰਜਾਬ ਦੇ ਐਮਪੀ ਜਿਹੜੇ ਹੈ ਇਸਤੀਫਾ ਕਿਉਂ ਨਹੀਂ ਦਿੰਦੇ। ਕੁਲਜੀਤ ਸਿੰਘ ਨਾਗਰਾ ਨੇ ਵੀ ਤੇ ਇਸਤੀਫਾ ਦਿੱਤਾ, ਐਮਪੀ ਉੱਥੇ ਧਰਨਾ ਲਾ ਕੇ ਬੈਠੇ ਜੰਤਰ ਮੰਤਰ, ਮੈਂ ਗੱਲ ਵੀ ਕਰਕੇ ਆਇਆ ਸੀ ਉਹਨਾਂ ਦੇ ਨਾਲ। ਇਸਤੀਫਾ ਕਿਉਂ ਨਹੀਂ, ਜਦ ਕੁਲਜੀਤ ਸਿੰਘ ਨਾਗਰਾ ਇਸਤੀਫਾ ਦੇ ਸਕਦਾ ਤੇ ਜਿਹੜੇ ਪਾਰਲੀਮੈਂਟ ਤੋਂ 10 ਐਮਪੀ ਨੇ ਪੰਜਾਬ ਕੋਲ ਉਹ ਇਸਤੀਫਾ ਕਿਉਂ ਨਹੀਂ ਦਿੰਦੇ। ਪਾਰਲੀਮੈਂਟ ਤੇ ਵੀ ਪ੍ਰੈਸ਼ਰ ਬਣੇ। ਦੇਖੋ ਹਰ ਇੱਕ ਵਿਅਕਤੀ ਦਾ ਇੱਕ ਆਪਣਾ ਨਜ਼ਰੀਆ ਆ। ਮੇਰੀ ਆਪਣੀ ਸੋਚ ਹੈ, ਮੈਂ ਆਪਣੀ ਸੋਚ, ਇਹ ਮੇਰੀ ਕੋਈ ਸੋਚ ਪਾਰਟੀ ਪੱਧਰ ਦੀ ਸੋਚ ਨਹੀਂ ਗੀ, ਇਹ ਮੇਰੀ ਜਾਤੀ ਸੋਚ ਸੀਗੀ। ਔਰ ਉਸ ਜਾਤੀ ਸੋਚ ਜਿਹੜੀ ਆ, ਜਦੋਂ ਮੈਨੂੰ ਲੱਗਿਆ ਕਿ ਜਿਹੜੇ ਕਿਸਾਨ ਦੇ ਰੂਪ ਦੇ ਵਿੱਚ ਮੈਂ ਪੈਦਾ ਹੋਇਆ ਆ, ਜਿਹੜੇ ਕਿਸਾਨ ਦੇ ਘਰ ਪੈਦਾ ਹੋਇਆ ਆ, ਜਿਹੜੀ ਮਿੱਟੀ ਦੇ ਵਿੱਚੋਂ ਮੈਂ ਇੱਥੋਂ ਤੱਕ ਬਣਿਆ, ਮੈਂ ਤਾਂ ਇੱਕ ਬਹੁਤ ਸਧਾਰਨ ਜੇ 10 ਕਿੱਲਿਆਂ ਵਾਲੇ ਕਿਸਾਨ ਦੇ ਘਰੇ ਪੈਦਾ ਹੋਇਆ ਸੀਗਾ। ਔਰ ਉਸ ਮਿੱਟੀ ਦੇ ਵਿੱਚੋਂ ਉਸ ਮਿੱਟੀ ਨੇ ਮੈਨੂੰ ਸਾਰਾ ਕੁਝ ਮੇਰੀ ਇੱਥੋਂ ਤੱਕ ਪਹੁੰਚਾਇਆ ਆ, ਕਿਸਾਨੀ ਦੀ ਮਿੱਟੀ ਨੇ। ਸੋ ਮੈਂ ਅੱਜ ਮੇਰਾ ਫਰਜ਼ ਬਣਦਾ ਉਹਦੇ ਪ੍ਰਤੀ ਆਪਣੀ ਨਿਸ਼ਠਾ ਰੱਖਣ ਦੀ। ਔਰ ਮੇਰਾ ਇੱਕ ਸੈਂਟੀਮੈਂਟਲ ਫੈਸਲਾ ਸੀਗਾ, ਤੁਹਾਡਾ ਆਪਣਾ ਨਿੱਜੀ ਫੈਸਲਾ। ਆਪਾਂ ਗੱਲ ਕਰ ਲੈਂਦੇ ਆ। ਸਰਕਾਰ ਲਗਾਤਾਰ ਗੱਲਬਾਤ ਕਰ ਰਹੀ ਹੈ, ਕਈ 5-6 ਦੌਰਾਂ ਦੀ ਮੀਟਿੰਗ ਹੋ ਗਈ ਹੈ। 8 ਦਸੰਬਰ ਦਾ ਜਿਹੜਾ ਭਾਰਤ ਬੰਦ ਸੀਗਾ, ਇੱਕ ਪਾਸੇ ਕਿਹਾ ਗਿਆ ਕਿ ਉਹ ਫੇਲ ਰਿਹਾ, ਪਰ ਤਾਂ ਹੀ ਅਮਿਤ ਸ਼ਾਹ ਵੱਲੋਂ ਰਾਤੋਂ ਰਾਤ ਮੀਟਿੰਗ ਬੁਲਾਈ ਗਈ। ਕਈ ਦੌਰਾਂ ਦੀ ਗੱਲ ਹੋ ਰਹੀ ਹੈ, ਗੱਲ ਕਿਤੇ ਟਿਕ ਨਹੀਂ ਰਹੀ। ਕਹਿੰਦੇ ਜੀ ਸੋਧ ਕਰ ਲੈਂਦੇ ਆ। ਤੁਹਾਨੂੰ ਨਿੱਜੀ ਤੌਰ ਤੇ ਤੁਸੀਂ ਕੀ ਸਮਝਦੇ ਹੋ ਕਿ ਸੋਧ ਕਰਨ ਨਾਲ ਮਸਲਾ ਹੱਲ ਹੋ ਸਕਦਾ ਜਾਂ ਜਿਹੜੀ ਉਹ ਸੋਧਾਂ ਕਰ ਰਹੇ ਆ ਕੀ ਤੁਸੀਂ ਕਹਿੰਦੇ ਹੋ ਤੁਸੀਂ ਇੱਕ ਕਿਸਾਨ ਦੇ ਪੁੱਤ ਹੋ, ਤੁਸੀਂ ਉਹ ਸੋਧਾਂ ਦਾ ਜਿਹੜਾ ਪ੍ਰਸਤਾਵ ਹੈ ਸ਼ਾਇਦ ਦੇਖਿਆ ਵੀ ਹੋਏਗਾ, ਗੱਲਾਂ ਦੇਖੀਆਂ ਵੀ ਹੋਣਗੀਆਂ, ਤੁਹਾਨੂੰ ਕੀ ਲੱਗਦਾ ਹੈ ਕਿ ਉਹ ਸੋਧਾਂ ਦੇ ਨਾਲ ਫਾਇਦਾ ਹੋ ਸਕਦਾ? ਮੈਂ ਦੇਖੋ ਗੱਲ ਇਹ ਹੈ, ਹੁਣ ਨਾ ਮੂੰਹ 'ਚ ਕੋੜ ਕਿਰਲੀ ਪਈ ਹੋਈ ਹੈ, ਨਾ ਤਾਂ ਖਾ ਪਾ ਰਹੇ ਨੇ ਨਾ ਸੁੱਟ ਪਾ ਰਹੇ ਨੇ। ਜਿਹੜਾ ਸ਼ਾਸਕ ਹੁੰਦਾ ਨਾ, ਔਰ ਲੋਕਤੰਤਰ ਦੇ ਵਿੱਚ ਜਿਹਦੇ ਕੋਲੇ ਜਿਵੇਂ ਪ੍ਰਧਾਨ ਮੰਤਰੀ ਮੋਦੀ ਹੈਗੇ ਨੇ, ਦੇਖੋ ਚੰਗੇ ਲੀਡਰ ਦਾ ਇੱਕ ਗੁਣ ਹੁੰਦਾ ਆ, ਜਦੋਂ ਤੁਸੀਂ ਲੋਕਾਂ ਦੇ ਸੇਵਕ ਹੋ ਤਾਂ ਜਿੱਦੀ ਨਹੀਂ ਹੋ ਸਕਦੇ। ਉਹਦੇ ਵਿੱਚ ਜਿੱਦ ਕਿਤੇ ਨਹੀਂ ਆਉਂਦੀ, ਕਿਉਂਕਿ ਤੁਹਾਡਾ ਨਿੱਜ ਨਹੀਂ ਹੁੰਦਾ ਉਹਦੇ ਵਿੱਚ। ਜਦੋਂ ਤੁਸੀਂ ਸੇਵਾਦਾਰ ਹੋ ਨਾ, ਤਾਂ ਫਿਰ ਨਿੱਜ ਕਿਤੇ ਨਹੀਂਗਾ, ਨਿੱਜ ਤੁਹਾਡੀ ਜਾਤੀ ਜ਼ਿੰਦਗੀ 'ਚ ਹੈ। ਇੱਕ ਗੱਲ ਨੂੰ ਸਮਝਣ ਦੀ ਲੋੜ ਹੈ, ਤੁਹਾਡੀ ਨਿੱਜੀ ਜ਼ਿੰਦਗੀ ਜਿਹੜੀ ਹੈ ਉਹ ਵੱਖਰੀ ਹੈ ਤੇ ਤੁਹਾਨੂੰ ਲੋਕਾਂ ਵੱਲੋਂ ਦਿੱਤੀ ਹੋਈ ਕੋਈ ਸੇਵਾ ਵੱਖਰੀ ਹੈ। ਨਿੱਜੀ ਜ਼ਿੰਦਗੀ 'ਚ ਤੁਸੀਂ ਜਿਹੜੇ ਮਰਜ਼ੀ ਫੈਸਲੇ ਲੈ ਲਓ, ਲੋਕਾਂ ਵੱਲੋਂ ਦਿੱਤੀ ਹੋਈ ਜਿਹੜੀ ਗੱਲ ਹੈ ਉਹਦੇ ਵਿੱਚ ਲੋਕਾਂ ਦੇ ਮੁਤਾਬਕ ਫੈਸਲੇ ਲੈਣੇ ਪੈਂਦੇ ਨੇ। ਜੇ ਅੱਜ ਲੋਕ ਜਿੰਨੂੰ ਤੁਸੀਂ ਇਹ ਕਿਸਾਨੀ ਬਿੱਲਾਂ ਨਾਲ ਸਹੂਲਤ ਦੇਣਾ ਚਾਹੁੰਦੇ ਹੋ, ਉਹ ਜੇ ਨਹੀਂ ਚਾਹੁੰਦਾ ਵੀ ਮੈਨੂੰ ਇਹ ਸਹੂਲਤ ਨਹੀਂ ਚਾਹੀਦੀ, ਔਰ ਉਹ ਐਡੇ ਵੱਡੇ ਲੈਵਲ ਦੇ ਉੱਤੇ ਦੇਸ਼ ਵਿਆਪੀ ਤੁਹਾਡਾ ਵਿਰੋਧ ਕਰ ਰਿਹਾ ਹੈ, ਤਾਂ ਪ੍ਰਧਾਨ ਮੰਤਰੀ ਮੋਦੀ ਨੂੰ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਆਪਣੇ ਨਿੱਜੀ ਜਿੱਦ ਨੂੰ ਛੱਡ ਕੇ ਕਿ ਨਹੀਂ ਜੀ ਮੈਂ ਫੈਸਲਾ ਲੈ ਲਿਆ, ਮੈਂ ਵਾਪਸ ਨਹੀਂ ਲੈਣਾ, ਉਹਨਾਂ ਨੂੰ ਬਿੱਲ ਵਾਪਸ ਲੈ ਲੈਣੇ ਚਾਹੀਦੇ ਨੇ। ਕਿਸਾਨ ਜਥੇਬੰਦੀਆਂ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਦੱਸੋ ਇਹਦੇ ਵਿੱਚ ਕੁਝ ਸੁਧਾਰਾਂ ਦੀ ਲੋੜ ਹੈ, ਕਿਵੇਂ ਕਰ ਸਕਦੇ ਹਾਂ, ਤੇ ਬੈਠ ਕੇ ਬਣਾ ਲੈਣ। ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਬਾਰੇ ਕੀ ਕਹੋ? ਤੁਹਾਨੂੰ ਲੱਗਦਾ ਉਹ ਠੀਕ ਰਸਤੇ ਤੇ ਚੱਲ ਰਹੀ ਹੈ ਜਾਂ ਉਸ ਦੇ ਵਿੱਚ ਕੋਈ ਕਮੀ ਹੈ ਜਾਂ ਠੀਕ ਗੱਲਬਾਤ ਕਰ ਰਹੀ ਹੈ? ਤੁਹਾਨੂੰ ਲੱਗਦਾ ਕਿਤੇ ਬਲਗਰਾਇਆ ਨਾ ਜਾਏ ਕਿਤੇ? ਨਹੀਂ, ਬੜੀ ਗੁੜੇ ਹੋਏ ਲੀਡਰ ਨੇ ਸਾਡੇ, ਬੜੇ ਲੰਬੇ ਕਿਸਾਨ ਸੰਘਰਸ਼ਾਂ ਦੇ ਵਿੱਚੋਂ ਨਿਕਲੇ ਹੋਏ ਲੀਡਰ ਨੇ। ਗੁੱਸਾ ਕਰਦੇ? ਦੇਖੋ ਮੇਰੀ ਗੱਲ ਸੁਣੋ, ਜਦੋਂ ਲੀਡਰਸ਼ਿਪ ਜਿਹੜੀ ਹੁੰਦੀ ਹੈ ਨਾ, ਹਮੇਸ਼ਾ ਹੀ ਲੀਡਰ ਜਿਹੜਾ ਹੈਗਾ ਆ ਉਹਦੇ ਤੇ ਭਰੋਸਾ ਹੀ ਬਣਦਾ ਆ। ਉਹਦੇ ਕਦੀ ਵੀ ਜਦੋਂ ਆਪਾਂ ਸ਼ੱਕ ਦੀ ਸੂਈ ਕਿਸੇ ਦੇ ਉੱਤੇ ਸੁੱਟਾਂਗੇ ਤਾਂ ਅਸੀਂ ਆਪਣੇ ਆਪ ਨੂੰ ਧੋਖੇ ਦੇ ਵਿੱਚ ਪਾਵਾਂਗੇ। ਇਮਾਨਦਾਰ ਲੀਡਰ ਨੇ ਔਰ ਬੜੇ ਗੁੜੇ ਹੋਏ ਔਰ ਬੜੇ ਸਿਆਣੇ ਲੀਡਰ ਨੇ। ਆਪਾਂ ਐਵੇਂ ਨਾ ਕਹੀਏ ਵੀ ਕੋਈ ਕਿਸੇ ਦੇ ਵਿੱਚ ਕੋਈ ਕਮੀ ਨਹੀਂ ਗੀ। ਜੇ ਕੋਈ ਇਹਨਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰੇ, ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰੇ, ਮੈਨੂੰ 1% ਵੀ ਕਿਤੇ ਕੋਈ ਉਮੀਦ ਨਹੀਂ ਹੈਗੀ ਵੀ ਕੋਈ ਕਿਸੇ ਨਾਲ ਕੋਈ ਇਹੋ ਜਿਹੀ ਕੋਈ ਗੱਲ ਕਰ ਲੈਣਗੇ। ਆਖਰੀ ਸਵਾਲ ਰਹੇਗਾ ਕਿ ਆਮ ਆਦਮੀ ਪਾਰਟੀ ਦੂਸਰੇ ਪਾਸੇ, ਜੇ ਦੂਸਰੇ ਬਾਰਡਰ ਦੇ ਉਸ ਪਾਸੇ ਦੀ ਗੱਲ ਕਰੀਏ ਤਾਂ ਉੱਥੇ ਵੀ ਸੇਵਾਵਾਂ ਚੱਲ ਰਹੀ, ਉਹਨਾਂ ਦੇ ਸਟਾਲ ਲੱਗੇ, ਕਿਸਾਨਾਂ ਦੀ ਮਦਦ ਕਰ ਰਹੀ ਆ। ਦੂਜੇ ਪਾਸੇ ਅਰਵਿੰਦ ਕੇਜਰੀਵਾਲ ਹਰਾ ਵੱਲੋਂ ਦਿੱਲੀ ਦੇ ਵਿੱਚ 3 ਬਿੱਲਾਂ ਦੇ ਵਿੱਚ ਇੱਕ ਬਿੱਲ ਲਾਗੂ ਵੀ ਕਰ ਦਿੱਤਾ ਗਿਆ ਹੈਗਾ। ਇਸ ਬਾਰੇ ਤੁਸੀਂ? ਮੈਨੂੰ ਪਤਾ ਲੱਗਿਆ ਲਾਗੂ ਕੀਤਾ, ਉਹ ਮਾੜੀ ਘਟਨਾ ਆ, ਨਹੀਂ ਕਰਨਾ ਚਾਹੀਦਾ ਸੀਗਾ ਇਸ ਮਾਹੌਲ ਦੇ ਵਿੱਚ, ਤਾਂ ਖਾਸ ਤੌਰ ਤੇ ਨਹੀਂ ਸੀ ਕਰਨਾ ਚਾਹੀਦਾ। ਦੇਖੋ ਝੂਠ ਤੇ ਸੱਚ ਦੀ ਰਾਜਨੀਤੀ ਲੋਕ ਜਾਣਦੇ ਨੇ, ਮੈਂ ਬਹੁਤਾ ਇੱਥੇ ਸਿਆਸੀ ਗੱਲ ਨਹੀਂ ਕਰਨੀ ਕਿਉਂਕਿ ਮੈਂ ਐਵੇਂ ਕਿਸੇ ਦੇ ਉੱਤੇ ਸਿਆਸੀ ਟਿੱਪਣੀ ਕਰਾਂ। ਉਹ ਸਾਡਾ ਸਿਆਸੀ ਅਖਾੜਾ ਜਿੱਥੇ ਹੋਊਗਾ, ਇਹ ਅੰਦੋਲਨ ਦਾ ਅਖਾੜਾ ਆ, ਮੈਂ ਕਿਸੇ ਦੇ ਉੱਤੇ ਵੀ ਸਿਆਸੀ ਟਿੱਪਣੀ ਨਹੀਂ ਕਰਨੀ। ਪਰ ਝੂਠ ਤੇ ਸੱਚ ਤੇ ਅਸਲੀਅਤ
ਇਹ ਤਿੰਨੇ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਨਾ ਬੰਦੇ ਦੇ ਚਿਹਰੇ ਤੇ ਚਰਿੱਤਰ ਤੋਂ ਆਪਣੇ ਆਪ ਪ੍ਰਗਟ ਹੋ ਜਾਂਦੀਆਂ ਨੇ। ਚਲੋ ਠੀਕ ਹੈ, ਲਾਸਟ ਖਤਮ ਕਰਦੇ ਹਾਂ ਆਪਾਂ, ਖਤਮ ਕਰਦੇ ਹਾਂ ਬਸ ਆਪਾਂ। ਇੱਕ ਮਿੰਟ ਆਪਾਂ ਲਾਸਟ ਖਤਮ ਕਰਦੇ ਹਾਂ। ਕੀ ਲੱਗਦਾ ਕੀ ਹੈ, ਰੱਦ ਕਰਾਏ ਬਟਾਇਰ ਹਟਣ ਵਾਲੇ ਨੇ, ਖੜ ਕੇ ਬਹਿ ਗਏ ਨੇ ਇੱਥੇ ਬੂਹੇ ਤੇ ਦਿੱਲੀ ਦੇ, ਉਹ ਸਾਹਮਣੇ ਦਿੱਲੀ ਦਾ ਬੂਹਾ ਹੈਗਾ, ਕੀ ਲੱਗਦਾ ਕਿੱਧਰ ਤੱਕ ਜਾ ਸਕਦੇ ਨੇ? ਗੁਰੂ ਮਹਾਰਾਜ ਦੀ ਕਿਰਪਾ ਆ, ਔਰ ਮੈਨੂੰ ਲੱਗਦਾ ਵੀ ਜਦੋਂ ਸੱਚੇ ਮਨ ਨਾਲ, ਸੱਚੀ ਨੀਅਤ ਨਾਲ, ਸਾਫ਼ ਸੁਥਰੀ ਨੀਅਤ ਨਾਲ ਬੰਦਾ ਵਿਅਕਤੀ ਕੋਈ ਵੀ ਤੁਰਦਾ ਹੈਗਾ ਆ ਤੇ ਪਰਮਾਤਮਾ ਉਹਨੂੰ ਜਿੱਤ ਦਿੰਦਾ ਆ। ਔਰ ਮੈਨੂੰ ਲੱਗਦਾ ਹੈ, ਮੈਨੂੰ ਪੂਰਾ ਭਰੋਸਾ ਆ ਕਿ ਜਿੱਤ ਕੇ ਨਿਕਲਾਂਗੇ। ਜੀ ਬਿਲਕੁਲ, ਐਸਨ ਕੁਲਜੀਤ ਸਿੰਘ ਨਾਗਰਾ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਸਮਾਂ ਦਿੱਤਾ। ਕੁਲਜੀਤ ਸਿੰਘ ਨਾਗਰਾ ਸਨ ਸਾਡੇ ਨਾਲ, ਅਸਤੀਫਾ ਦੇ ਕੇ ਆਏ ਸੀਗਾ ਕਿਸਾਨਾਂ ਬਿੱਲਾਂ ਦੇ ਵਿਰੋਧ ਦੇ ਵਿੱਚ। ਤੇ ਦੇਖਣਾ ਆਈ ਹੈ ਕਿ ਭਾਵੇਂ ਸਰਕਾਰਾਂ ਦਾ ਆਪਸ 'ਚ ਕਸ਼ਮਕਸ਼ ਹੈਗਾ, ਪਰ ਕੀ ਇਹ ਕਦੋਂ ਮੁੱਦਾ ਹੈ, ਕਦੋਂ ਤੱਕ ਸੋਲਵ ਹੁੰਦਾ, ਇਸੇ ਤਰੀਕੇ ਜੋੜਦੇ ਰਵਾਂਗੇ। ਵੇਖਦੇ ਰਹੋ ਕਾਲ ਚੈਨਲ।